ਵੈਲ ਅਕਸਰ ਬੱਚੇ ਮੈਨੂੰ ਪੁੱਛਦੇ ਨੇ, ਕਈ ਵਾਰੀ ਇਸ ਮੈਸੇजेस ਆਉਂਦੇ ਨੇ, ਮੇਲਸ ਆਉਂਦੀਆਂ ਨੇ, ਜਾਂ ਫੇਸ ਟੂ ਫੇਸ ਕਦੀ ਕਦੀ ਇੰਟਰੈਕਸ਼ਨ ਦੇ ਵਿੱਚ ਇਹ ਗੱਲਬਾਤ ਨਿਕਲ ਕੇ ਆਉਂਦੀ ਹੈ, ਜਿਹਦੇ ਵਿੱਚ ਬੱਚੇ ਬੜੇ ਕਿਊਰੀਅਸ ਹੁੰਦੇ ਪੁੱਛਣ ਲਈ ਕਿ ਸਰ ਤੁਸੀਂ ਇੰਗਲਿਸ਼ ਕਿੱਦਾਂ ਸਿੱਖੀ, ਜਾਂ ਤੁਹਾਡਾ ਇੰਗਲਿਸ਼ ਵੱਲ ਰੁਝਾਨ ਕਿੱਦਾਂ ਹੋਇਆ। ਮੈਂ ਇਸ ਗੱਲ ਨੂੰ ਕਦੀ ਸਿਸਟਮੈਟਿਕਲੀ ਸੋਚਿਆ ਹੀ ਨਹੀਂ, ਜਾਂ ਇਹ ਕਹਿ ਲਓ ਕਿ ਬੱਚਿਆਂ ਨੂੰ ਉਸ ਵੇਲੇ ਮੈਂ ਇਹੀ ਕਹਿ ਦਿੰਦਾ ਹੁੰਦਾ ਕਿ ਵਿਦ ਪ੍ਰੈਕਟਿਸ ਆਈ ਲਰਨਡ ਇਟ। ਬਟ ਮੇਰਾ ਅੱਜ ਮਨ ਕੀਤਾ, ਜਦ ਮੈਂ ਅੱਜ ਚਾਹੁੰਦਾ ਕੀ ਆ ਕਿ ਅੱਜ ਮੈਂ ਇਸ ਬਾਰੇ ਗੱਲ ਕਰਾਂ ਦੈਟ ਹਾਊ ਡਿਡ ਆਈ ਲਰਨ ਇੰਗਲਿਸ਼, ਜਾਂ ਮੈਂ ਇਸ ਇੱਕ ਜਰਨੀ ਹੈਗੀ ਆ ਵਿਚ ਸਟਾਰਟਡ ਫਰੋਮ ਮਾਈ ਸਕੂਲ ਡੇਜ਼, ਜਦੋਂ ਕਹਿ ਲਓ ਕਿ ਇੰਗਲਿਸ਼ ਮੈਨੂੰ ਬਿਲਕੁਲ ਹੀ ਚੰਗੀ ਲੱਗਦੀ ਹੁੰਦੀ ਸੀਗੀ ਟਿਲ ਮਾਈ ਯੂਨੀਵਰਸਿਟੀ ਡੇਜ਼, GNDU ਕੈਂਪਸ ਅੰਮ੍ਰਿਤਸਰ, ਵੇਅਰ ਆਈ ਸਟੱਡੀਡ ਇੰਗਲਿਸ਼ ਐਟ ਇੰਗਲਿਸ਼ ਡਿਪਾਰਟਮੈਂਟ। ਮੇਰੀ ਜਰਨੀ ਕਿੱਦਾਂ ਦੀ ਸੀਗੀ, ਜਾਂ ਕਿੱਦਾਂ ਦੀਆਂ ਪ੍ਰੋਬਲਮਸ ਮਿਸਕਨਸੈਪਸ਼ਨਸ ਮੇਰੇ ਮਨ ਦੇ ਵਿੱਚ ਆਈਆਂ ਵਾਈਲ ਆਈ ਵਾਜ਼ ਹੈਵਿੰਗ ਮਾਈ ਐਜੂਕੇਸ਼ਨ, ਐਂਡ ਕਿੱਦਾਂ ਉਹਨਾਂ ਚੀਜ਼ਾਂ ਨੂੰ ਮੈਂ ਓਵਰਕਮ ਕੀਤਾ। ਇਹ ਵੀਡੀਓ ਟਿਪੀਕਲੀ ਰॉ ਫਾਰਮ ਦੇ ਵਿੱਚ ਰਿਕਾਰਡ ਹੋ ਰਹੀ ਹੈ। ਮੈਨੂੰ ਨਹੀਂ ਪਤਾ, ਆਈ ਹੈਵਨਟ ਪ੍ਰੀਪੇਅਰਡ ਐਨੀਥਿੰਗ, ਮੈਨੂੰ ਨਹੀਂ ਪਤਾ ਮੈਂ ਕਿਸ ਪਾਸੇ ਕੀ ਗੱਲ ਕਰੂੰਗਾ, ਬਟ ਸਿੰਸ ਆਈ ਹੋਪ ਕਿ ਤੁਹਾਨੂੰ ਇਸ ਐਕਸਪੀਰੀਅੰਸ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲੇ। ਅੱਛਾ, ਇਫ ਆਈ ਟਾਕ ਅਬਾਊਟ ਦ ਫਸਟ ਥਿੰਗ ਵਿਚ ਆਈ ਨੋਟਿਸ ਅਬਾਊਟ ਇੰਗਲਿਸ਼ ਵਾਜ਼ ਕਿ ਸਕੂਲ ਦੇ ਵਿੱਚ ਨਾ ਇੰਗਲਿਸ਼ ਸਬਜੈਕਟ ਨੂੰ ਇੱਕ ਸਟੋਰੀਜ਼ ਦੇ ਰੂਪ 'ਚ ਪੜ੍ਹਾਇਆ ਜਾਂਦਾ ਸੀਗਾ ਕਿ ਆਹ ਹੋ ਗਈਆਂ ਕਹਾਣੀਆਂ ਨੇ, ਆਹ ਹੋ ਗਈਆਂ ਪੋਇਮਸ ਨੇ, ਫਿਰ ਗ੍ਰਾਮਰ ਦਾ ਲੈਕਚਰ ਲੱਗ ਗਿਆ। ਠੀਕ ਹੈ, ਅੱਛਾ ਗ੍ਰਾਮਰ ਦੇ ਵਿੱਚ ਸਾਨੂੰ ਰੱਟਾ ਲਵਾਉਂਦੇ ਹੁੰਦੇ ਸੀਗੇ, ਮੈਂ ਵੀ ਰੱਟਾ ਹੀ ਲਾਇਆ। ਟੀਚਰ ਆਪਣੇ ਵੱਲੋਂ ਬਹੁਤ ਵਧੀਆ ਕਰਾਉਂਦੇ ਸੀਗੇ, ਸ਼ਾਇਦ ਸਾਡੀ ਹੀ ਸਮਝਣ ਦੇ ਵਿੱਚ ਕੋਈ ਪ੍ਰੋਬਲਮ ਸੀਗੀ, ਬਟ ਅਸੀਂ ਨਾਊਨ ਮਤਲਬ ਇੱਕ ਡੈਫੀਨੇਸ਼ਨ ਜਿਹੜੀ ਉਹਦੀ ਹੁੰਦੀ ਹੈ ਕਿ ਨਾਊਨ ਇਜ਼ ਆਰ ਦ ਵਰਡਸ ਵਿਚ ਰਿਪਰੈਜ਼ੈਂਟ ਨੇਮ ਆਫ ਅ ਪਰਸਨ, ਐਨੀਮਲ, ਪਲੇਸ, ਥਿੰਗ, ਜਾਂ ਵਰਬ ਹੁੰਦਾ ਜਿਹੜਾ ਕਿ ਐਕਟੀਵਿਟੀ ਨੂੰ ਰਿਪਰੈਜ਼ੈਂਟ ਕਰਦਾ। ਅਸੀਂ ਉਹਨਾਂ ਡੈਫੀਨੇਸ਼ਨਸ ਤੋਂ ਬਾਹਰ ਹੀ ਨਹੀਂ ਆਏ। ਪੋਇਮਸ ਦੇ ਆਨਸਰਸ ਰੱਟੇ ਲਾ ਕੇ ਚੱਲ ਜਾਣੇ, ਜਾਂ ਕਹਿ ਲਓ ਕਿ ਜੋ ਚੈਪਟਰਸ ਹੁੰਦੇ ਸੀਗੇ ਉਹਨੂੰ ਪ੍ਰੋਪਰ ਉਹਦੇ ਆਨਸਰਸ ਜੋ ਲਿਖਵਾਉਂਦੇ ਸੀਗੇ ਉਹੀ ਕਰਦੇ ਰਹੇ। ਇੰਗਲਿਸ਼ ਨੂੰ ਸਮਝਣ ਦੀ ਬਜਾਏ ਅਸੀਂ ਕ੍ਰੈਮਿੰਗ ਵਾਲੇ ਪਾਸੇ ਜਾਣਾ ਸ਼ੁਰੂ ਕਰ ਦਿੱਤਾ। ਦਿਸ ਹੈਜ਼ ਬੀਨ ਦੇਅਰ ਸਿੰਸ ਮਾਈ ਸਕੂਲ ਟਾਈਮ। ਇਹ ਸਕੂਲ ਟਾਈਮ ਸੀਗਾ, ਨਾਟ ਸਿੰਸ, ਇਨ ਮਾਈ ਸਕੂਲ ਟਾਈਮ, ਨਾਟ ਨਾਓ, ਹੁਣ ਤਾਂ ਚਲੋ ਨਹੀਂ, ਬਟ ਸਕੂਲ ਟਾਈਮ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਪ੍ਰੋਬਲਮ ਮੇਰੇ ਸਾਹਮਣੇ ਫੇਸ ਮੈਂ ਕੀਤੀ ਸੀਗੀ ਕਿ ਮੇਰੇ ਇੰਗਲਿਸ਼ 'ਚੋਂ ਨੰਬਰ ਬਹੁਤ ਸੋਹਣੇ ਆਉਂਦੇ ਸੀਗੇ। ਆਈ ਵਾਜ਼ ਗੈਟਿੰਗ ਵੈਰੀ ਗੁੱਡ ਮਾਰਕਸ ਇਨ ਇੰਗਲਿਸ਼, ਬਟ ਇੰਗਲਿਸ਼ ਮੈਨੂੰ ਉੱਦਾਂ ਡੇ ਟੂ ਡੇ ਲਾਈਫ ਦੇ ਵਿੱਚ ਕੁਛ ਉਹਦਾ ਕੋਈ ਮਤਲਬ ਨਹੀਂ ਸਮਝ ਆਉਂਦਾ ਸੀਗਾ। ਰੱਟਾ ਲਾਇਆ, ਨੰਬਰ ਲੈ ਲਿਆ, ਗੱਲ ਖਤਮ। ਹੁਣ ਇਹ ਚੀਜ਼ ਜਿਹੜੀ ਹੈ, ਇਹ ਚੀਜ਼ ਕੰਟੀਨਿਊ ਹੋਈ ਮੇਰੀ 10th ਕਲਾਸ ਤੱਕ। ਆਈ ਜਸਟ ਰਿਅਲਾਈਜ਼ ਕਿ ਠੀਕ ਹੈ, ਇੰਗਲਿਸ਼ ਦਾ ਪੇਪਰ ਕਾਹਦਾ ਪੇਪਰ ਹੁੰਦਾ, ਇਹ ਨਹੀਂ ਪੇਪਰ ਤਾਂ ਦੂਜੇ ਹੁੰਦੇ ਆ, ਮੈਥ ਦਾ ਪੇਪਰ ਹੁੰਦਾ, ਫਲਾਨਾ ਹੁੰਦਾ। ਹੁਣ ਇਹ ਐਟੀਟਿਊਡ ਨੇ ਮੇਰਾ ਬਹੁਤ ਨੁਕਸਾਨ ਕੀਤਾ, ਇੰਨਾ ਨੁਕਸਾਨ ਕੀਤਾ ਕਿ ਅਸੀਂ ਇੰਗਲਿਸ਼ ਦੀ ਜੋ ਇੱਕ ਇੰਪੋਰਟੈਂਸ ਸੀਗੀ ਉਹਨੂੰ ਸਮਝ ਹੀ ਨਹੀਂ ਪਾਏ। ਐਂਡ ਸਿੰਸ ਹੁੰਦਾ ਕੀ ਸੀਗਾ ਕਿ ਅਸੀਂ ਬਾਕੀ ਸਾਰਾ ਜੋ ਸਾਡਾ ਪੇਪਰ ਦਿੰਦੇ ਸੀਗੇ, ਜੋ ਅਸੀਂ ਨੋਟਬੁੱਕਸ ਬਣਾਉਂਦੇ ਸੀਗੇ, ਉਹ ਇੰਗਲਿਸ਼ ਦੇ ਵਿੱਚ ਸੀਗੀਆਂ। ਸੋ ਵੀ ਵਰ ਜਸਟ ਲਾਈਕ ਕਿ ਸਾਨੂੰ ਚਲੋ ਠੀਕ ਹੈ, ਇੰਗਲਿਸ਼ ਲਿਖਣਾ ਤਾਂ ਆਉਂਦਾ ਹੀ ਹੈ ਅਸੀਂ ਕਾਪੀਆਂ ਇੰਗਲਿਸ਼ ਬਣਾਉਂਦੇ ਹਾਂ, ਇੰਗਲਿਸ਼ ਮੀਡੀਅਮ ਪੜ੍ਹਦੇ ਹਾਂ, ਅਤੇ ਇਹ ਕੰਮ ਠੀਕ ਹੀ ਹੈ, ਬਹੁਤ ਵਧੀਆ ਚੱਲਦਾ ਪਿਆ। ਬਟ ਮੈਨੂੰ ਕਿਤੇ ਨਾ ਕਿਤੇ ਇੱਕ ਫੀਲ ਹੁੰਦਾ ਸੀ ਕਿ ਮੈਨੂੰ ਬਹੁਤ ਇੰਗਲਿਸ਼ ਆਉਂਦੀ ਹੈ ਟਿਲ ਆਈ ਐਂਟਰਡ ਮਾਈ 11th ਕਲਾਸ ਦੇ ਵਿੱਚ ਮੈਂ ਚੀਜ਼ ਇੱਕ ਰਿਅਲਾਈਜ਼ ਕੀਤੀ ਦੈਟ ਆਈ ਵਾਜ਼ ਰਾਈਟਿੰਗ ਗੁੱਡ। ਮੈਂ ਲਿਖ ਲੈਂਦਾ ਸੀਗਾ, ਪੈਰਾਗ੍ਰਾਫ ਮੈਂ ਲਿਖ ਲੈਂਦਾ ਸੀਗਾ, ਚਾਹੇ ਸੈਂਟੈਂਸ ਸਟਰਕਚਰ ਵਧੀਆ ਨਾ ਹੋਣ, ਬਟ ਮੈਨੂੰ ਬੋਲਣਾ ਨਹੀਂ ਆਉਂਦਾ ਸੀਗਾ। ਅੱਛਾ, ਫਿਰ ਸਮਝ ਲੱਗਾ ਕਿ ਸਪੋਕਨ ਇੰਗਲਿਸ਼ ਅਤੇ ਜਿਹੜੀ ਥਿਓਰੈਟੀਕਲ ਇੰਗਲਿਸ਼ ਹੈ ਉਹਦਾ ਕੋਈ ਫਰਕ, ਇੱਕ ਬਹੁਤ ਜ਼ਿਆਦਾ ਫਰਕ ਹੈ ਉਸ ਸਭ ਦਾ। ਅੱਛਾ, ਹੁਣ ਉੱਥੇ ਆ ਕੇ ਵੈਨ ਇਟ ਹੈਪਨਡ ਕਿ ਮੇਰਾ ਇੱਕ ਵਾਈਡਰ ਪਰਸਪੈਕਟਿਵ ਇੱਕ ਹੋਇਆ ਥੋੜ੍ਹਾ ਜਿਹਾ ਕਿ ਯਾਰ ਥੋੜ੍ਹਾ ਬਹੁਤਾ ਨਾ ਇੰਗਲਿਸ਼ ਨੂੰ ਹੁਣ ਥੋੜ੍ਹਾ ਬਹੁਤਾ ਫਲੌਂਟ ਕਰੀਏ। ਹੁਣ ਤਾਂ ਸਾਨੂੰ ਆ ਗਈ ਨਾ ਇੰਗਲਿਸ਼, 10th ਅਸੀਂ ਕੀਤੀ ਹੈ, ਨੰਬਰ ਬਹੁਤ ਸੋਹਣੇ ਆ, ਅੰਗਰੇਜ਼ੀ ਬੋਲਿਆ ਕਰੀਏ ਸਕੂਲ ਦੇ ਵਿੱਚ। ਅੱਛਾ, ਇੰਗਲਿਸ਼ ਬੋਲਿਆ ਕਰੀਏ ਸਕੂਲ ਦੇ ਵਿੱਚ। ਜਦੋਂ ਤਾਂ ਤੁਸੀਂ ਬੋਲਦੇ ਹੋ ਉਹਨਾਂ ਬੱਚਿਆਂ ਸਾਹਮਣੇ ਜਿਨ੍ਹਾਂ ਨੂੰ ਵੀ ਨਹੀਂ ਆਉਂਦੀ, ਫਿਰ ਤਾਂ ਤੁਸੀਂ ਹੁੰਦੇ ਹੋ ਰਾਜੇ। ਬਟ ਜੇ ਕਿਸੇ ਬੱਚੇ ਨੂੰ, ਲੈਟ ਸੇ ਕੋਈ ਬੱਚਾ ਵਾਕਈ ਜ਼ਿਆਦਾ ਇੰਟੈਲੀਜੈਂਟ ਹੈ, ਉਹਦੀ ਇੰਗਲਿਸ਼ ਬੜੀ ਵਧੀਆ ਆ, ਤੁਹਾਡੀ ਕਲਾਸ 'ਚ ਕੋਈ ਵਾਰੀ ਕੁਛ ਇੱਦਾਂ ਦੇ ਬੱਚੇ ਹੁੰਦੇ ਆ, ਉਹਨਾਂ ਸਾਹਮਣੇ ਬੋਲਦੇ ਹੋ ਤਾਂ ਉਹ ਹੱਸਦੇ ਆ ਤੁਹਾਡੇ 'ਤੇ। ਅੱਛਾ, ਤੁਹਾਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਉਹ ਹੱਸਦੇ ਕਿਉਂ ਪਏ ਨੇ ਤੁਹਾਡੇ 'ਤੇ। ਬਟ ਐਂਡ ਆਫ ਦ ਡੇ ਦੈਟ ਸਿਚੁਏਸ਼ਨ ਮੈਨੂੰ ਥੋੜ੍ਹਾ ਜਿਹਾ ਰਿਅਲਾਈਜ਼ ਹੋਇਆ ਕਿ ਕਿਤੇ ਨਾ ਕਿਤੇ ਸ਼ਾਇਦ ਮੈਂ ਗਲਤ ਹਾਂ, ਮੈਨੂੰ ਉਨੀ ਇੰਗਲਿਸ਼ ਨਹੀਂ ਆਉਂਦੀ। ਹੁਣ ਉਸ ਮੌਕੇ 'ਤੇ ਜਦੋਂ 11th ਦੇ ਵਿੱਚ ਮੈਂ ਸੀਗਾ, ਮੈਂ ਆਪਣੀ ਇੰਗਲਿਸ਼ ਨੂੰ ਇੰਪਰੂਵ ਕਰਨ ਲਈ ਕੁਛ ਤਰੀਕੇ ਵਰਤੇ ਸੀਗੇ, ਕੁਛ ਚੀਜ਼ਾਂ ਮੈਂ ਇੰਪਲੀਮੈਂਟ ਕੀਤੀਆਂ ਸੀਗੀਆਂ, ਕੁਛ ਚੀਜ਼ਾਂ ਮੈਂ ਚੇਂਜ ਕੀਤੀਆਂ ਸੀਗੀਆਂ ਵਿਚ ਆਈ ਵਿਲ ਬੀ ਸ਼ੇਅਰਿੰਗ ਹੇਅਰ। ਸੋ ਪਹਿਲੀ ਚੀਜ਼ ਜੋ ਮੈਂ ਓਬਜ਼ਰਵ ਕਰਨੀ ਸ਼ੁਰੂ ਕੀਤੀ ਸੀ ਉਸ ਵੇਲੇ, ਉਹ ਇਹ ਸੀਗੀ ਕਿ ਮੈਂ ਨਾ ਜਿਹੜੇ ਮੈਨੂੰ ਚੰਗੇ ਲੱਗਦੇ ਸੀਗੇ ਬੱਚੇ ਇੰਗਲਿਸ਼ ਬੋਲਦੇ, ਜਾਂ ਜਿਹੜੇ ਟੀਚਰਸ ਮੈਨੂੰ ਚੰਗੇ ਲੱਗਦੇ ਸੀਗੇ, ਜਿਹੜੇ ਮੇਰੇ ਇੰਗਲਿਸ਼ ਦੇ ਟੀਚਰਸ ਹੁੰਦੇ ਸੀਗੇ, ਮੈਂ ਉਹਨਾਂ ਨੂੰ ਓਬਜ਼ਰਵ ਕਰਨਾ ਸ਼ੁਰੂ ਕਰ ਦਿੱਤਾ। ਮੈਂ ਉਹਨਾਂ ਨੂੰ ਓਬਜ਼ਰਵ ਇਸ ਢੰਗ ਨਾਲ ਸ਼ੁਰੂ ਕਰ ਦਿੱਤਾ ਓਬਜ਼ਰਵ ਕਰਨਾ ਕਿ ਉਹ ਕਿਸ ਢੰਗ ਦੇ ਨਾਲ ਇੰਗਲਿਸ਼ ਬੋਲਦੇ ਨੇ।
ਹਾਊ ਦੇ ਸਪੀਕ ਇੰਗਲਿਸ਼, ਉਹਨਾਂ ਦੇ ਕਿੱਦਾਂ ਦੇ ਐਕਸਪ੍ਰੈਸ਼ਨਸ ਹੁੰਦੇ ਨੇ, ਉਹਨਾਂ ਦੇ ਹੈਂਡ ਜੈਸਚਰਸ ਕਿੱਦਾਂ ਦੇ ਹੁੰਦੇ ਨੇ। ਐਂਡ ਮੈਂ ਇੱਕ ਚੀਜ਼ ਨੋਟਿਸ ਕੀਤੀ ਕਿ ਉਹ ਤਾਂ ਕਿਸੇ ਨੂੰ ਇੰਪ੍ਰੈਸ ਕਰ ਹੀ ਨਹੀਂ ਰਹੇ। ਮਤਲਬ ਕਿ ਜੋ ਜਿਸ ਢੰਗ ਦੇ ਨਾਲ ਮੈਂ ਪਹਿਲਾਂ ਬੋਲਦਾ ਹੁੰਦਾ ਸੀਗਾ 10th ਵੇਲੇ ਜਾਂ 9th ਵੇਲੇ ਜਾਂ 8th ਵੇਲੇ, ਮੇਰੀ ਪੂਰੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਅਗਲੇ ਬੰਦੇ ਨੂੰ ਇੱਕ ਵਾਰੀ ਇੰਪ੍ਰੈਸ ਕਰਨਾ। ਬਟ ਜਦੋਂ ਮੈਂ ਦੂਜੇ ਨੂੰ ਓਬਜ਼ਰਵ ਕੀਤਾ, ਜਾਂ ਜਿਹੜੇ ਕਿ ਬਹੁਤ ਫਲੂਐਂਟ ਇੰਗਲਿਸ਼ ਬੋਲਦੇ ਸੀਗੇ, ਉਹ ਆਪਣੀ ਗੱਲ ਸਮਝਾਉਣ ਲਈ ਇੰਗਲਿਸ਼ ਬੋਲਦੇ ਸੀਗੇ, ਨਾ ਕਿ ਕਿਸੇ ਨੂੰ ਇੰਪ੍ਰੈਸ ਕਰਨ ਲਈ। ਸੋ ਦਿਸ ਇਜ਼ ਦ ਫਸਟ ਥਿੰਗ ਦੈਟ ਆਈ ਰਿਅਲਾਈਜ਼ਡ, ਦੈਟ ਇੰਗਲਿਸ਼ ਨੂੰ ਅਗਰ ਤੁਸੀਂ ਬਹੁਤ ਸੂਖਮ ਢੰਗ ਨਾਲ ਸਿੱਖਣਾ ਆ, ਇੱਕ ਵਧੀਆ ਢੰਗ ਦੇ ਨਾਲ ਤੁਸੀਂ ਬੋਲਣਾ ਚਾਹੁੰਦੇ ਹੋ, ਔਰ ਅਗਰ ਲਿਟਰਲੀ ਯੂ ਵਾਂਟ ਟੂ ਇੰਬਾਈਬ ਐਂਡ ਡਾਈਜੈਸਟ ਇੰਗਲਿਸ਼, ਤੁਹਾਨੂੰ ਇਹ ਚੀਜ਼ ਰਿਅਲਾਈਜ਼ ਕਰਨੀ ਚਾਹੀਦੀ ਹੈ ਕਿ ਇੰਗਲਿਸ਼ ਨੂੰ ਤੁਸੀਂ ਇੱਕ ਬੜੇ ਆਰਾਮ ਨਾਲ ਬੋਲੋ। ਠੀਕ ਹੈ, ਇਹ ਕਿਸੇ ਨੂੰ ਇੰਪ੍ਰੈਸ ਕਰਨ ਲਈ ਤੁਹਾਨੂੰ ਨਹੀਂ ਬੋਲਣੀ ਚਾਹੀਦੀ। ਸੈਕੰਡ ਚੀਜ਼ ਜੋ ਮੈਂ ਹੋਰ ਓਬਜ਼ਰਵ ਕੀਤੀ, ਮੇ ਵੀ ਸ਼ਾਇਦ ਦਿਮਾਗ ਉਸ ਵੇਲੇ ਕਹਿ ਲਓ ਕਿ ਇਵੋਲਵ ਹੋ ਰਹੇ ਸੀਗੇ, ਪਹਿਲਾਂ ਬੱਚੇ ਸੀਗੇ, ਉਹ ਇਹ ਸੀਗਾ ਕਿ 10th ਤੱਕ ਅਸੀਂ ਥਿਓਰੈਟੀਕਲੀ ਇੰਗਲਿਸ਼ ਨੂੰ ਪੜ੍ਹਦੇ ਰਹੇ। ਜਿਵੇਂ ਮੈਂ ਪਹਿਲਾਂ ਕਿਹਾ ਕਿ ਡੈਫੀਨੇਸ਼ਨਸ ਯਾਦ ਕਰ ਲਈਆਂ, ਠੀਕ ਹੈ, ਅੱਛਾ ਕੋਈ ਮੀਨਿੰਗ ਨਹੀਂ ਹੋਣਾ ਸਮਝ ਆਉਣਾ ਤੇ ਡਿਕਸ਼ਨਰੀ ਵਿੱਚੋਂ ਦੇਖਣੇ ਸ਼ੁਰੂ ਕਰ ਦੇਣੇ, ਡਿਕਸ਼ਨਰੀ ਪੜ੍ਹਨੀ ਸ਼ੁਰੂ ਕਰ ਦੇਣੀ, ਠੀਕ ਹੈ, ਹੋਰ ਵਰਡਸ ਦੇਖਣੇ ਸ਼ੁਰੂ ਕਰ ਦੇਣੇ, ਵਰਡਸ ਕ੍ਰੈਮ ਕਰਨੇ ਸ਼ੁਰੂ ਕਰ ਦੇਣੇ, ਰਾਦਰ ਦੈਨ ਲਿਟਰਲੀ ਇਮੈਜਿਨਿੰਗ ਦੋਜ਼ ਇਨ ਯੋਰ ਲਾਈਫ ਦੇ ਵਿੱਚ ਤਾਂ ਕਦੀ ਉਹ ਵਰਡਸ ਨੂੰ ਇਮੈਜਿਨ ਕਰਨਾ ਹੀ ਨਹੀਂ। ਠੀਕ ਹੈ, ਸੋ ਵਿਚ ਮੀਨਸ ਕਿ ਪ੍ਰੈਕਟੀਕਲੀ ਅਪਲਾਈ ਨਹੀਂ ਕੀਤਾ ਸੀ ਪਹਿਲਾਂ। So I started applying English practically in my day-to-day life, which means कि अगर let's say मैनू कोई मुसीबत है, that means मैनू कोई प्रॉब्लम है। So मुसीबत एंड प्रॉब्लम, ठीक है। सैकेंड वर्ड जिदा फॉर एग्जाम्पल अगर कोई होवे मैं खुश हाँ, खुश मतलब हैप्पी, पता सीगे मीनिंग्स, बट मैं इन्हां नू कीता कि मैं इन्हां वर्ड्स नू इंटरचेंज करना शुरू कर दिता इन माई डे टू डे लाइफ एज वेल। जिथे मैं कहना सीगा कि मैं खुश हाँ, उत्थे मैं कहना लग पिया हाँ मैं हैप्पी हाँ, ठीक है, मैं आई एम हैप्पी। हौली हौली दैट ट्रांसलेशन विच आई स्टार्टेड फ्रॉम फ्यू वर्ड्स, वो हौली हौली मैं ज़्यादा ਵਧਾਉਣੀ शुरू कर दी, प्रैक्टिकली अप्लाइंग इंग्लिश। सो ये बहुत इंपॉर्टेंट चीज़ मैं की थी। अच्छा फिर मैं होर की ऑब्जर्व करना शुरू कर दिता, मैं जिन्ने भी साइन बोर्ड्स लगे होंगे सीगे आले दुआले ਸਕੂਲ ਦੇ ਜਾਂ ਜਿੱਥੇ ਟਿਊਸ਼ਨ 'ਤੇ ਜਾਣਾ ਜਾਂ ਕਿਤੇ ਵੀ ਘੁੰਮਣਾ, ਲੈਟਸ ਸੇ ਕਿਤੇ ਵੀ ਕੋਈ ਸਾਈਨ ਬੋਰਡ ਹੈ, ਠੀਕ ਹੈ, ਉਹਦੀ ਇੰਗਲਿਸ਼ ਪੜ੍ਹਨੀ ਸ਼ੁਰੂ ਕਰ ਦੇਣੀ ਕਿ ਅੱਛਾ ਆਹ ਵਰਡ ਇਹਨੂੰ ਇਸ ਢੰਗ ਨਾਲ ਲਿਖਿਆ ਹੋਇਆ, ਇਹਦੀ ਆਹ ਸਪੈਲਿੰਗ ਹੈ, ਅੱਛਾ ਓਕੇ। ਸੋ ਬਹੁਤ ਇੱਦਾਂ ਦੇ ਵਰਡਸ ਸੀਗੇ ਜਿਹੜੇ ਮੈਨੂੰ ਨਹੀਂ ਪਤਾ ਸੀਗੇ, ਬਟ ਮੈਨੂੰ ਸਾਈਨ ਬੋਰਡਸ ਤੋਂ ਪਤਾ ਲੱਗੇ। ਮੈਨੂੰ ਪ੍ਰੋਡਕਟਸ ਦੇ ਬੈਕ 'ਤੇ ਜੋ ਲਿਖਿਆ ਹੁੰਦਾ ਛੋਟੇ ਛੋਟੇ ਉੱਥੋਂ ਮੈਂ ਇੰਗਲਿਸ਼ ਨੂੰ ਪੜ੍ਹਨਾ ਸ਼ੁਰੂ ਕੀਤਾ। ਐਂਡ ਉਹਦੇ ਨਾਲ ਹੋਇਆ ਕਿ ਜਦੋਂ ਥੋੜ੍ਹਾ ਪੜ੍ਹਨਾ ਸ਼ੁਰੂ ਕੀਤਾ ਨਾ, ਉਹ ਚੀਜ਼ਾਂ ਮੈਨੂੰ ਯਾਦ ਵੀ ਰਹਿਣ ਲੱਗ ਪਈਆਂ ਕਿ ਜਿੱਦਾਂ ਫੋਰ ਐਗਜ਼ਾਮਪਲ ਪਾਰਲੇ ਜੀ ਦੇ ਬੈਕ ਤੇ ਕੁਛ ਨਾ ਕੁਛ ਉਹ ਲਿਖਿਆ ਹੁੰਦਾ, ਜੀ ਫॉर ਜੀਨੀਅਸ ਲਿਖਿਆ ਹੁੰਦਾ ਸੀਗਾ। ਸੋ ਜੀਨੀਅਸ ਦੀ ਸਪੈਲਿੰਗ ਉੱਥੇ ਮੈਨੂੰ ਯਾਦ ਹੋਏ। ਸੋ ਇੱਦਾਂ ਦੀਆਂ ਬਹੁਤ ਚੀਜ਼ਾਂ ਜੋ ਡੇ ਟੂ ਡੇ ਲਾਈਫ ਦੇ ਵਿੱਚ ਸਾਡੇ ਸਾਹਮਣੇ ਆਉਂਦੀਆਂ ਨੇ, ਉਹਦੇ ਤੋਂ ਬੰਦਾ ਇੰਗਲਿਸ਼ ਸਿੱਖ ਸਕਦਾ। ਐਂਡ ਮਾਈਂਡ ਯੂ, ਮੇਰੀ ਜ਼ਿੰਦਗੀ ਦੇ ਵਿੱਚ ਜਦੋਂ ਮੈਂ ਇੰਗਲਿਸ਼ ਮਤਲਬ ਕਹਿ ਲਓ ਕਿ ਹਲੇ ਵੀ ਉਸ ਚੀਜ਼ ਨੂੰ ਇੰਪਰੂਵ ਕਰ ਰਿਹਾ ਕਿ ਮੇਰੇ ਸਾਹਮਣੇ ਕੁਛ ਵੀ ਆ ਜਾਏ, ਅਗਰ ਇੱਕ ਸਿੰਗਲ ਕੋਈ ਪ੍ਰੋਡਕਟ ਆ ਜਾਏ, ਮੈਂ ਅੱਜ ਵੀ ਮੇਰੀ ਉਹ ਹੈਬਿਟ ਹੈਗੀ ਹੈ ਕਿ ਮੈਂ ਉਹ ਪ੍ਰੋਡਕਟ ਦੀ ਪ੍ਰੋਪਰ ਜੋ ਲਿਖਿਆ ਹੁੰਦਾ, ਅਗਰ ਉਹ 'ਤੇ ਕਹਿ ਲਓ ਕਿ ਛੋਟਾ ਜਿਹਾ ਸਪੈਲਿੰਗ ਵੀ ਇਹਦਾ ਟਰਾਜ ਦੀ ਸਪੈਲਿੰਗ ਹੈ, ਪਾਰਲੇ ਦੀ ਸਪੈਲਿੰਗ ਹੈ, ਜਾਂ ਈਵਨ ਮੰਚ ਦੀ ਸਪੈਲਿੰਗ ਹੈ, 5 ਸਟਾਰ ਦੀ ਸਪੈਲਿੰਗ ਹੈ, ਸੋ ਉਹ ਪ੍ਰੋਪਰ ਇੱਕ ਵਾਰੀ ਮੈਂ ਦੇਖਦਾ ਹਾਂ ਕਿ ਅੱਛਾ ਚਾਕਲੇਟ ਦੀ ਸਪੈਲਿੰਗ ਆ ਹੁੰਦੇ ਆ, ਓਕੇ ਦੈਟ ਇਜ਼ ਐਨ ਈਜ਼ੀ ਥਿੰਗ। ਅੱਛਾ ਹੁਣ ਅਗਲੀ ਗੱਲ, ਅੱਗੇ ਹੁਣ ਮੈਨੂੰ ਇੱਕ ਹੋਰ ਪ੍ਰੋਬਲਮ ਬਹੁਤ ਵੱਡੀ ਆਉਂਦੀ ਸੀ ਕਿ ਮੈਨੂੰ ਸਪੈਲਿੰਗਸ ਨਾ ਯਾਦ ਨਹੀਂ ਰਹਿੰਦੇ ਸੀਗੇ, ਸਪੈਲਿੰਗਸ ਨਹੀਂ ਯਾਦ ਰਹਿਣੇ, ਵੋਕੈਬਲਰੀ ਬਹੁਤ ਦੀ ਇਸ਼ੂ ਕਰ ਦਿੰਦੀ ਸੀਗੀ। ਫਿਰ ਕਰਨਾ ਕੀ, ਫਿਰ ਮੈਂ ਵਰਡਸ ਨੂੰ ਤੋੜਨਾ ਸ਼ੁਰੂ ਕੀਤਾ ਯਾਦ ਕਰਨ ਲਈ। ਫੋਰ ਐਗਜ਼ਾਮਪਲ ਜਿਵੇਂ ਚਾਕਲੇਟ ਹੈ, ਸੋ ਚੌਕਲੇਟ ਇੱਦਾਂ ਯੂਜ਼ ਕੀਤਾ ਸ਼ੁਰੂ ਕਰਨਾ, ਠੀਕ ਹੈ। ਜਾਂ ਇੱਕ ਹੋਰ ਬਹੁਤ ਸੋਹਣਾ ਇੱਕ ਉਹ ਵਰਡ ਹੈਗਾ ਬਾਇਓਡਾਇਵਰਸਿਟੀ, ਸੋ ਬਾਇਓਡਾਇਵਰਸਿਟੀ ਇੱਦਾਂ ਯਾਦ ਕੀਤਾ। ਇੰਡੀਪੈਂਡੈਂਸ, ਇੰਡੀਪੈਂਡੈਂਸ, ਸੋ ਵਰਡਸ ਨੂੰ ਜਦੋਂ ਤੋੜ ਕੇ ਮੈਂ ਦੇਖਣਾ ਸ਼ੁਰੂ ਕੀਤਾ, ਮੈਨੂੰ ਯਾਦ ਰਹਿਣੇ ਸ਼ੁਰੂ ਹੋ ਗਏ। ਸੋ ਡਰਾਮਾਟਾਈਜ਼ੇਸ਼ਨ, ਹੁਣ ਅਗਰ ਮੈਂ ਡਰਾਮਾਟਾਈਜ਼ੇਸ਼ਨ ਉੱਦਾਂ ਵਰਡਸ ਦੀ ਸਪੈਲਿੰਗ ਯਾਦ ਕਰਨੇ ਹੁੰਦੇ ਮੈਨੂੰ ਮੁਸ਼ਕਿਲ ਹੋਣਾ ਸੀਗਾ। ਸੋ ਵਰਡਸ ਯਾਦ ਕਰ ਲਏ, ਮੈਂ ਵਰਡਸ ਨੂੰ ਤੋੜਨਾ ਸ਼ੁਰੂ ਕੀਤਾ। ਉਹਦੇ ਨਾਲ ਕੀ ਹੋਇਆ ਕਿ ਮੇਰੀ ਜੋ ਇੱਕ ਜੋ ਲਰਨਿੰਗ ਇੱਕ ਪਾਵਰ ਸੀਗੀ ਉਹ ਹੋਰ ਇਨਕਰੀਜ਼ ਹੋਈ। ਬਿਕੋਜ਼ ਮੈਨੂੰ ਕਿਸੇ ਨੇ ਇੱਕ ਸੁਜੈਸਟ ਕੀਤਾ, ਮੇਰੇ ਟੀਚਰ ਨੇ ਸ਼ਾਇਦ ਗੱਲ ਕਹੀ ਸੀਗੀ ਕਿ ਬੇਟਾ ਅਗਰ ਇੰਗਲਿਸ਼ ਦੇ ਜਾਂ ਕੋਈ ਵੀ ਚੀਜ਼ ਤੁਸੀਂ ਸਿੱਖਦੇ ਹੋ ਨਾ, ਹਿਊਮਨ ਮਾਈਂਡ ਉਹਨੂੰ ਬਲੌਕਸ ਵਿੱਚ ਸਿੱਖਦਾ, ਛੋਟਾ। ਸੋ ਵਰਡ ਨੂੰ ਛੋਟਾ ਤੋੜ ਲਓ, ਤੁਹਾਨੂੰ ਉਹਦੇ ਬਹੁਤ ਈਜ਼ੀਲੀ ਸਮਝ ਲੱਗ ਜਾਏਗਾ। ਇਸ ਤੋਂ ਬਾਅਦ ਜੋ ਮੈਂ ਹੋਰ ਇੱਕ ਚੀਜ਼ ਕਰਨੀ ਸ਼ੁਰੂ ਕੀਤੀ, ਮੈਂ ਕੀਤਾ ਸੀਗਾ ਮੈਂ ਮੂਵੀਜ਼ ਦੇਖਣੀ ਸ਼ੁਰੂ ਕੀਤੀਆਂ ਸੀਗੀਆਂ। ਪਹਿਲਾਂ ਦੇਖਦੇ ਸੀਗੇ ਹਿੰਦੀ ਡੱਬ, ਮਤਲਬ ਕਹਿ ਲਓ ਕਿ ਜੋ ਇੰਗਲਿਸ਼ ਮੂਵੀਜ਼ ਹੁੰਦੀਆਂ ਸੀ ਹਿੰਦੀ ਡੱਬ ਦੇਖਣੀ ਸ਼ੁਰੂ ਕੀਤੀਆਂ। ਫਿਰ ਜਦੋਂ ਇੰਟਰਸਟ ਪੂਰਾ ਜਾਗ ਗਿਆ ਤੁਹਾਡਾ, ਫਿਰ ਉਸ ਤੋਂ ਬਾਅਦ ਮੈਂ ਕੀਤਾ ਕਿ ਆਈ ਸਟਾਰਟਿਡ ਵਾਚਿੰਗ ਇਨ ਦ ਨੇਟਿਵ ਲੈਂਗੁਏਜ, ਮੈਂ ਇੰਗਲਿਸ਼ ਵਿੱਚ ਦੇਖਣੀ ਸ਼ੁਰੂ ਕੀਤੀਆਂ ਸਬਟਾਈਟਲਸ ਲਾ ਕੇ। ਸੋ ਸਬਟਾਈਟਲ ਥੱਲੇ ਚੱਲਦੇ ਹੁੰਦੇ ਸੀਗੇ, ਸਬਟਾਈਟਲ ਲਾ ਕੇ ਐਂਡ ਪ੍ਰੋਪਰ ਮੂਵੀ ਦੇਖਣੀ।
ਸ਼ੁਰੂ ਵਿੱਚ ਮੂਵੀ ਵੱਲ ਬਿਲਕੁਲ ਧਿਆਨ ਨਹੀਂ ਜਾਂਦਾ ਸੀਗਾ, ਸਬਟਾਈਟਲ ਵਾਲੀ ਨਿਗਾਹ ਹੁੰਦੀ ਸੀ ਵੀ ਅੱਛਾ ਕੀ ਡਾਇਲੋਗ ਗਿਆ ਕੀ ਡਾਇਲੋਗ ਗਿਆ। ਹੌਲੀ ਹੌਲੀ ਹੋਇਆ ਕਿ ਆਈ ਰਿਅਲਾਈਜ਼ ਕਿ ਜਦੋਂ ਮੈਂ ਪੜ੍ਹ ਰਿਹਾ ਸੀਗਾ ਤੇ ਮੈਨੂੰ ਸੈਂਟੈਂਸਸ ਜਿਹੜੇ ਹੈਗੇ ਆ ਉਹ ਮੈਨੂੰ ਈਜ਼ੀਲੀ ਸਮਝ ਆਉਣੇ ਸ਼ੁਰੂ ਹੋ ਗਏ ਸੀਗੇ, ਮੇਰੀ ਰੀਡਿੰਗ ਸਕਿੱਲਸ ਇੰਪਰੂਵ ਹੋਣੀ ਸ਼ੁਰੂ ਹੋ ਗਏ ਸੀਗੇ ਐਟ ਦੈਟ ਟਾਈਮ ਜਦੋਂ ਮੈਂ ਇੱਦਾਂ ਮੂਵੀਜ਼ ਦੇਖਣੀ ਸ਼ੁਰੂ ਕੀਤੀਆਂ। ਅੱਛਾ ਮੂਵੀਜ਼ ਦੇਖਣੀ ਸ਼ੁਰੂ ਕੀਤੀਆਂ, ਹੌਲੀ ਹੌਲੀ ਫਿਰ ਮੈਨੂੰ ਰਿਅਲਾਈਜ਼ ਹੋਇਆ ਕਿ ਯਾਰ ਮੈਂ ਇੱਦਾਂ ਕਰਦਾ ਹੁਣ ਗਾਣੇ ਵੀ ਸੁਣਦਾ ਇੰਗਲਿਸ਼। ਸੋ ਉਸ ਵੇਲੇ ਦੇ ਜੋ ਇੰਗਲਿਸ਼ ਗਾਣੇ ਆਉਂਦੇ ਹੁੰਦੇ ਸੀਗੇ, ਚਾਹੇ ਉਹ ਬ੍ਰਿਟਨੀ ਸਪੀਅਰਸ ਹੋ ਗਏ ਜਾਂ ਕਹਿ ਲਓ ਕਿ ਮੈਡੋਨਾ ਦੇ ਗਾਣੇ ਹੋ ਗਏ, ਮਾਈਕਲ ਜੈਕਸਨ ਦੇ ਗਾਣੇ ਹੋ ਗਏ, ਉਹ ਸੁਣਨੇ ਸ਼ੁਰੂ ਕੀਤੇ। ਅੱਛਾ ਐਮੀਨਮ ਸੁਣਨਾ ਸ਼ੁਰੂ ਕੀਤਾ, ਟੁਪਾਕ ਸ਼ਕੂਰ ਸੁਣਨਾ ਸ਼ੁਰੂ ਕੀਤਾ। ਉਹ ਸੁਣਦੇ ਸੁਣਦੇ ਰਿਅਲਾਈਜ਼ ਹੋਇਆ ਵੀ ਸ਼ੁਰੂ 'ਚ ਕਿ ਕੁਝ ਪੱਲੇ ਹੀ ਨਹੀਂ ਪੈ ਰਿਹਾ। ਆਈ ਵਾਜ਼ ਨਾਟ ਏਬਲ ਟੂ ਈਵਨ ਅੰਡਰਸਟੈਂਡ ਸਿੰਗਲ ਲਿਰਿਕਸ ਆਫ ਐਨੀਥਿੰਗ। ਮੈਨੂੰ ਕੁਛ ਨਹੀਂ ਪੱਲੇ ਪੈ ਰਿਹਾ ਸੀ, ਕਿਸੇ ਬੀਟ ਮੈਨੂੰ ਸੁਣ ਰਹੀ ਸੀ, ਮੈਂ ਗਾਣੇ ਨੂੰ ਸੁਣੀ ਜਾਣਾ, ਇੰਜੋਏ ਕਰੀ ਜਾਣਾ। ਬਟ ਹੌਲੀ ਹੌਲੀ ਵਨ ਆਈ ਰਿਅਲਾਈਜ਼ ਕਿ ਜਦੋਂ ਮੈਂ ਗਾਣੇ ਨੂੰ ਬਾਰ ਸੁਣ ਰਿਹਾ ਸੀਗਾ, ਕੁਛ ਵਰਡਸ ਕੁਛ ਚੀਜ਼ਾਂ ਮੇਰੇ ਮਾਈਂਡ 'ਚ ਰਜਿਸਟਰ ਹੋ ਰਹੀਆਂ ਸੀਗੀਆਂ। ਸੋ ਵਟ ਆਈ ਡਿਡ, ਮੈਂ ਜੋ ਇਸ ਚੀਜ਼ ਨੂੰ ਮੈਂ ਕਨਕਲੂਡ ਕਰਨ ਲੱਗਾ ਜੋ ਆਹ ਪੁਆਇੰਟ ਨੂੰ, ਉਹ ਇਹ ਸੀਗਾ ਕਿ ਮੈਂ ਇੱਕ ਮਾਹੌਲ ਆਪਣੇ ਆਲੇ ਦੁਆਲੇ ਇੱਦਾਂ ਦਾ ਬਣਾਇਆ। ਠੀਕ ਹੈ ਮੈਨੂੰ ਪੰਜਾਬੀ ਗਾਣੇ ਵੀ ਚੰਗੇ ਲੱਗਦੇ ਸੀਗੇ, ਪੰਜਾਬੀ ਫਿਲਮਾਂ ਵੀ ਚੰਗੀਆਂ ਲੱਗਦੀਆਂ ਸੀਗੀਆਂ, ਬਟ ਸਟਿਲ ਇਫ ਮਤਲਬ ਮੈਂ ਅਗਰ ਕਹਾਂ ਕਿ ਮੈਂ ਤਾਂ ਇੰਗਲਿਸ਼ ਸਿੱਖਣ ਦੀ ਗੱਲ ਅਗਰ ਕਰਾਂ ਤਾਂ ਮੈਂ ਇੰਗਲਿਸ਼ ਇਸ ਢੰਗ ਨਾਲ ਸਿੱਖੀ ਸੀਗੀ ਕਿ ਮੈਂ ਆਪਣੇ ਆਲੇ ਦੁਆਲੇ ਜੋ ਮਾਹੌਲ ਬਣਾਇਆ ਉਹ ਮੂਵੀਜ਼, ਉਹ ਬਣਾਇਆ ਸੀਗਾ ਗਾਣਿਆਂ ਨਾਲ। ਠੀਕ ਹੈ ਫ੍ਰੀ ਟਾਈਮ ਦੇ ਵਿੱਚ ਮੈਂ ਇਹ ਕੁਛ ਦੇਖਦਾ ਹੁੰਦਾ ਸੀਗਾ, ਇਹ ਕੁਛ ਸੁਣਦਾ ਹੁੰਦਾ ਸੀਗਾ। ਐਂਡ ਬਹੁਤ ਇੱਕ ਜੋ ਕਹਿ ਲਓ ਕਿ ਸਿੰਪਲ ਲੈਂਗੁਏਜ ਹੁੰਦੀ ਸੀਗੀ ਮਾਈਕਲ ਜੈਕਸਨ ਦੇ ਗਾਣਿਆਂ ਦੀ, ਬਹੁਤ ਸਿੰਪਲ ਲੈਂਗੁਏਜ ਹੁੰਦੀ ਸੀ ਵਿਚ ਆਈ ਲਿਟਰਲੀ ਇੰਬਾਈਬਡ ਇਨ ਮਾਈ ਲਾਈਫ। ਉਹ ਬਹੁਤ ਵਧੀਆ ਮੈਨੂੰ ਇੱਕ ਲੱਗਦੀ ਹੁੰਦੀ ਸੀਗੀ। ਅੱਛਾ ਇਸ ਤੋਂ ਬਾਅਦ ਜੋ ਕਹਿ ਲਓ ਕਿ ਇੱਕ ਆਪਣਾ ਇੱਕ ਪ੍ਰੈਕਟੀਕਲ ਮਾਹੌਲ ਬਣਾਉਣ ਤੋਂ ਬਾਅਦ ਜਿਹੜੀ ਅਗਲੀ ਚੀਜ਼ ਮੈਂ ਕੀਤੀ ਸੀਗੀ ਦੈਟ ਵਾਜ਼ ਕਿ ਮੈਂ ਇੱਕ ਨਾ ਇਸ ਚੀਜ਼ ਨੂੰ ਰਿਲੇਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਆਪਣੀ ਮਦਰ ਟੰਗ ਦੇ ਨਾਲ। ਹੁਣ ਮਾਈ ਮਦਰ ਟੰਗ ਇਜ਼ ਪੰਜਾਬੀ। ਠੀਕ ਹੈ ਅੱਛਾ ਪੰਜਾਬੀ ਮੇਰੀ ਮਾਤ ਭਾਸ਼ਾ, ਤੇ ਪੰਜਾਬੀ ਨੂੰ ਇੰਗਲਿਸ਼ ਨਾਲ ਮੈਂ ਕਿੱਦਾਂ ਰਿਲੇਟ ਕਰਨਾ ਸ਼ੁਰੂ ਕੀਤਾ, ਉਹ ਇਸ ਢੰਗ ਦੇ ਨਾਲ ਕਿ ਪੰਜਾਬੀ ਦੇ ਵਿੱਚ ਬਹੁਤੇ ਵਰਡ ਜਿਹੜੇ ਨੇ ਉਹਨਾਂ ਦੇ ਮੈਂ ਟਰਾਂਸਲੇਸ਼ਨ ਇੰਗਲਿਸ਼ ਲੱਭਣੇ ਸ਼ੁਰੂ ਕਰ ਦਿੱਤੇ। ਠੀਕ ਹੈ ਫੋਰ ਐਗਜ਼ਾਮਪਲ ਸਿੰਪਲ ਵਰਡਸ ਦੇ, ਜਿਵੇਂ ਸੰਤਰਾ ਹੋ ਗਿਆ ਦੈਟ ਇਜ਼ ਕਾਲਡ ਔਰੇਂਜ। ਠੀਕ ਹੈ ਨਿੰਬੂ ਦੈਟ ਇਜ਼ ਕਾਲਡ ਲੈਮਨ। ਠੀਕ ਹੈ ਜਾਂ ਈਵਨ ਅਗਰ ਲੈਟਸ ਸੇ ਨਿੰਬੂ ਪਾਣੀ ਮਤਲਬ ਲੈਮਨ ਵਾਟਰ। ਸੋ ਇਸ ਢੰਗ ਦੇ ਨਾਲ, ਜਾਂ ਅਗਰ ਕਹਾਂ ਪਨੀਰ, ਸੋ ਪਨੀਰ ਨੂੰ ਕਹਿ ਲਓ ਕਿ ਇੱਕ ਚੀਜ਼ ਵੀ ਕਹਿੰਦੇ ਆ। ਠੀਕ ਹੈ ਦਹੀਂ ਨੂੰ ਕੀ ਕਹਿੰਦੇ ਆ, ਜਾਂ ਇਹ ਕਹਿ ਲਓ ਕਿ ਸਰੋਂ ਨੂੰ ਕੀ ਕਹਿੰਦੇ ਆ, ਮਸਟਰਡ। ਸੋ ਇੱਦਾਂ ਦੇ ਬਹੁਤੇ ਵਰਡਸ ਜੋ ਮੇਰੇ ਡੇ ਟੂ ਡੇ ਲਾਈਫ ਦੇ ਵਿੱਚ ਮੈਂ ਯੂਜ਼ ਕਰਦਾ ਸੀਗਾ, ਜਾਂ ਆਪਾਂ ਸਾਰੇ ਕਰਦੇ ਹਾਂ, ਮੈਂ ਉਹਦੇ ਜੋ ਕਹਿ ਲਓ ਕਿ ਉਹਦੇ ਮੀਨਿੰਗ ਜਿਹੜੇ ਹੈਗੇ ਨਾ ਇੰਗਲਿਸ਼ ਵਿੱਚ ਲੱਭਣੇ ਸ਼ੁਰੂ ਕਰ ਦਿੱਤੇ। ਐਂਡ ਉਸ ਟਾਈਮ ਦੇ ਉੱਤੇ ਮੋਬਾਈਲ ਫੋਨਸ ਬਹੁਤ ਬੇਸਿਕ ਸੀਗੇ, ਮਤਲਬ ਇੰਨੇ ਅਸੀਂ ਕਹਿ ਲਓ ਕਿ ਨੋਟ ਪੈਡ 'ਤੇ ਲਿਖ ਨਹੀਂ ਸਕਦੇ ਸੀਗੇ। ਸੋ ਵਾਟ ਆਈ ਹੈਡ ਵਿਦ ਮੀ ਦੈਟ ਵਾਜ਼ ਅ ਛੋਟੀ ਜਿਹੀ ਡਾਇਰੀ ਇੱਕ ਹੁੰਦੀ ਸੀਗੀ, ਮੈਂ ਉਹ 'ਤੇ ਆਪਣੀ ਵੋਕੈਬਲਰੀ ਲਿਖਦਾ ਹੁੰਦਾ ਸੀਗਾ, ਵਿਚ ਆਈ ਯੂਜ਼ ਟੂ ਰੀਡ ਐਵਰੀ ਨਾਈਟ। ਹਰ ਰਾਤ ਮੈਂ ਆਪਣਾ ਉਹ ਵੋਕੈਬਲਰੀ ਨੂੰ ਇੱਕ ਵਾਰੀ ਰਿਵਾਈਜ਼ ਕਰਨਾ ਸੋ ਦੈਟ ਮੈਂ ਅੱਗੇ ਕਰਨਾ ਸ਼ੁਰੂ ਕਰ ਦਿੱਤਾ। ਐਂਡ ਇਹਦੇ ਨਾਲ ਹੋਇਆ ਕੀ, ਇਹਦੇ ਨਾਲ ਇਹ ਹੋਇਆ ਕਿ ਮੈਨੂੰ ਅਗਰ ਲੈਟਸ ਸੇ ਮੈਂ 10 ਵਰਡ ਰੋਜ਼ ਦੇ ਰਿਵਾਈਜ਼ ਕਰਦਾ ਸੀਗਾ, ਮੈਨੂੰ ਲੱਗਦਾ ਕਿ 2-3 ਯਾਦ ਰਹੇ ਜਾਂਦੇ ਸੀਗੇ। ਅੱਛਾ ਯਾਦ ਰੱਖਣ ਨਾਲ ਮੇਰਾ ਕੋਈ ਫਰਕ ਨਹੀਂ ਪਿਆ ਸ਼ੁਰੂ ਦੇ ਵਿੱਚ ਉਹ ਸਾਰੇ ਹੀ ਭੁੱਲ ਜਾਂਦੇ ਸੀਗੇ, ਬਟ ਉਹਨਾਂ ਵਰਡਸ ਨੂੰ ਮੈਂ ਪ੍ਰੈਕਟੀਕਲੀ ਆਪਣੀ ਜ਼ਿੰਦਗੀ ਦੇ ਵਿੱਚ, ਆਪਣੀ ਡੇ ਟੂ ਡੇ ਲਾਈਫ ਦੇ ਵਿੱਚ, ਬੋਲ ਚਾਲ ਦੇ ਵਿੱਚ ਯੂਜ਼ ਕਰਨਾ ਸ਼ੁਰੂ ਕਰ ਦਿੱਤਾ। ਐਂਡ ਇਹਦੇ ਨਾਲ ਕੀ ਹੋਇਆ, ਮੇਰੀ ਇੱਕਦਮ ਇੰਪਰੂਵਮੈਂਟ ਹੋਈ। ਅੱਛਾ ਉਸ ਤੋਂ ਬਾਅਦ ਆਈ ਐਂਟਰਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਨ ਮਾਈ ਬੈਚਲਰਸ। ਹਾਂ ਮੈਨੂੰ ਯਾਦ ਹੈ 12ਵੀਂ ਤੋਂ ਬਾਅਦ ਆਈ ਐਂਟਰਡ GNDU ਕੈਂਪਸ ਅੰਮ੍ਰਿਤਸਰ ਐਂਟਰ ਕੀਤਾ। ਐਂਡ ਉੱਥੇ ਜਾ ਕੇ ਨਾ ਜਦੋਂ ਕਹਿ ਲਓ ਕਿ ਸਕੂਲ ਤੋਂ ਬਾਅਦ ਸਿੱਧਾ ਤੁਸੀਂ ਯੂਨੀਵਰਸਿਟੀ ਜਾਂਦੇ ਹੋ, ਤੁਹਾਨੂੰ ਬਹੁਤ ਓਪਰਚੁਨਿਟੀਜ਼ ਤੁਹਾਡੇ ਵੱਲ ਆਉਂਦੀਆਂ ਨੇ। ਯੂਨੀਵਰਸਿਟੀ ਵਿੱਚ ਮੈਨੂੰ ਯਾਦ ਹੈ ਉਹਦੇ ਡਿਬੇਟ ਦੇ ਲਈ ਬੱਚੇ ਸਿਲੈਕਟ ਕਰਨੇ ਸੀਗੇ ਯੂਥ ਫੈਸਟੀਵਲ ਲਈ। ਠੀਕ ਹੈ ਇੰਗਲਿਸ਼ ਵਿੱਚ ਡਿਬੇਟ ਕਰਨਾ। ਹਾਂ ਬਈ ਇੰਗਲਿਸ਼ ਕਰੇਗਾ, ਹਾਂਜੀ ਕਰਾਂਗੇ। ਅੱਛਾ ਇੰਗਲਿਸ਼ ਵਿੱਚ ਡੈਕਲੇਮੇਸ਼ਨ ਕਰੇਗਾ, ਕਰਾਂਗੇ। ਇੰਗਲਿਸ਼ ਵਿੱਚ ਐਕਸਟੈਂਪੋਰ ਕਰੇਗਾ, ਕਰਾਂਗੇ। ਮਤਲਬ ਕੀ ਹੈ ਕਿ ਜੋ ਵੀ ਓਪਰਚੁਨਿਟੀਜ਼ ਉਸ ਵੇਲੇ ਮੇਰੇ ਸਾਹਮਣੇ ਆਈਆਂ ਮੈਂ ਉਹਨਾਂ ਨੂੰ ਗ੍ਰੈਬ ਕੀਤਾ, ਰਾਦਰ ਦੈਨ ਕਿ ਮੈਂ ਕਹਾਂ ਕਿ ਅੱਛਾ ਹਾਏ ਉਹ ਮੇਰੇ ਬਾਰੇ ਕੀ ਸੋਚੂਗਾ, ਫਲਾਨਾ ਮੇਰੇ ਬਾਰੇ ਕੀ ਸੋਚੂਗਾ, ਮੇਰਾ ਤਾਂ ਪ੍ਰਾਈਸ ਨਹੀਂ ਆਉਣਾ, ਮੈਨੂੰ ਤਾਂ ਇੰਗਲਿਸ਼ ਨਹੀਂ ਆਉਂਦੀ। ਉਹ ਮੇਰੀ ਪ੍ਰੋਬਲਮ ਸੀ, ਅਗਲੇ ਨੂੰ ਥੋੜ੍ਹੀ ਪਤਾ ਸੀਗਾ ਮੈਨੂੰ ਨਹੀਂ ਆਉਂਦੀ ਸੀਗੀ ਜਾਂ ਮੈਂ ਉਹਦੀ ਪ੍ਰੈਕਟਿਸ ਮੇਰੀ ਨਹੀਂ ਸੀਗੀ। ਆਈ ਜਸਟ ਗॉट ਦੈਟ ਓਪਰਚੁਨਿਟੀ, ਮੈਂ ਉਸ ਨੂੰ ਗ੍ਰੈਬ ਕੀਤਾ। ਐਂਡ ਕਰਦੇ ਹੋਇਆ ਕਿ ਮੈਨੂੰ ਇੰਨਾ ਜਸਟ ਰਿਅਲਾਈਜ਼ ਹੋਇਆ ਸੀ ਕਿ ਮੇਰੇ ਤੋਂ ਖੋ ਤਾਂ ਕੁਛ ਸਕਦੇ ਨਹੀਂ ਇਹ। ਠੀਕ ਹੈ ਇਹ ਮੇਰੇ ਤੋਂ ਕੁਛ ਲੈ ਨਹੀਂ ਸਕਦੇ, ਬਟ ਐਂਡ ਆਫ ਦਾ ਡੇ ਨਾ ਮੇਰੇ ਕੋਲ ਕੁਛ ਗਵਾਉਣ ਨੂੰ ਹੈਗਾ ਆ। ਅਗਰ ਮੈਨੂੰ ਇੱਕ ਮੌਕਾ ਮਿਲਦਾ ਸਟੇਜ 'ਤੇ ਚੜ੍ਹ ਕੇ ਇੰਗਲਿਸ਼ ਬੋਲਣ ਦਾ, ਉਹ ਵੀ ਇੰਨੇ ਅਣਜਾਣ ਲੋਕਾਂ ਦੇ ਸਾਹਮਣੇ, ਤੇ ਮੈਨੂੰ ਮੌਕਾ ਕਿਉਂ ਛੱਡਣਾ ਚਾਹੀਦਾ। ਸੋ ਇੱਦਾਂ ਦੀ ਓਪਰਚੁਨਿਟੀਜ਼ ਕੋਈ ਵੀ ਕਿਤੇ ਵੀ ਤੁਹਾਨੂੰ ਮੌਕਾ ਮਿਲੇ ਬੋਲਣ ਨੂੰ, ਐਂਡ ਦੈਟ ਟੂ ਇਨ ਇੰਗਲਿਸ਼, ਤੁਸੀਂ ਉਸ ਵੇਲੇ ਘਬਰਾਓ ਨਾ। ਸੋ ਇਹ ਇੱਕ ਬਹੁਤ ਇੰਪੋਰਟੈਂਟ ਚੀਜ਼ ਮੈਂ ਦੇਖੀ ਸੀਗੀ ਇਨ ਮਾਈ ਸੈਲਫ ਕਿ ਜਦੋਂ ਮੈਨੂੰ ਪਤਾ ਹੈ ਕਿ ਮੈਂ ਅੱਜ ਬੋਲਣਾ, ਤੇ ਮੇਰੀ ਇੱਕ ਮਾਈਂਡ ਨੇ ਉਸ ਹਿਸਾਬ ਨਾਲ ਆਪਣੇ ਆਪ ਨੂੰ ਰਿਐਕਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿ
ਜਸਟ ਪ੍ਰਿਪੇਅਰ ਆਪਣੇ ਆਪ ਨੂੰ ਕਰਨਾ ਇਸ ਢੰਗ ਨਾਲ ਕੀਤਾ ਕਿ ਮੈਨੂੰ ਪਤਾ ਹੁਣ ਮੈਂ ਬੋਲਣਾ, ਠੀਕ ਹੈ, ਮੇਰੀ ਇੱਜ਼ਤ ਲੱਗੀ ਹੈ ਦਾਅ ਤੇ ਆਪਣੇ ਆਪ ਨੂੰ ਹੁਣ ਕੰਟਰੋਲ ਕਰਕੇ ਤੁਸੀਂ ਕਿਵੇਂ ਇੰਗਲਿਸ਼ ਵਾਲੇ ਪਾਸੇ ਨੂੰ ਇੰਪਰੂਵ ਕਰਨਾ। ਸੋ ਮਾਈਂਡ ਐਟ ਦ ਸਪੀਡ ਆਫ ਲਾਈਟ ਕੰਮ ਕਰਨਾ ਸ਼ੁਰੂ ਕਰਨ ਲੱਗ ਪਿਆ ਸੀ ਉਸ ਵੇਲੇ। ਅੱਛਾ, ਅਗਲੀ ਗੱਲ ਜੋ ਹੋਰ ਮੈਂ ਕੀਤੀ ਹੈ ਉਹ ਮੈਂ ਕੀਤੀ ਸੀਗੀ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿ ਕੋਈ ਮੇਰੇ ਬਾਰੇ ਕੀ ਸੋਚਦਾ ਡਿਊਰਿੰਗ ਮਾਈ ਯੂਨੀਵਰਸਿਟੀ ਡੇਜ਼, ਕਿ ਅਗਰ ਮੈਂ ਇਹ ਚੀਜ਼ ਕਰਨੀ ਹੈ, ਅਗਰ ਮੇਰੇ ਇੰਗਲਿਸ਼ ਸਿੱਖਣ ਦੇ ਵਿੱਚ ਇਹ ਚੀਜ਼ ਮੇਰੀ ਹੈਲਪ ਕਰੇਗੀ, ਮੈਂ ਉਹ ਚੀਜ਼ ਕਰ ਲੈਂਦਾ ਸੀਗਾ। ਜਾਂ ਫੋਰ ਐਗਜ਼ਾਮਪਲ ਕਿੱਦਾਂ ਲੈਟਸ ਸੇ ਲਾਇਬ੍ਰੇਰੀ ਜਾ ਕੇ ਪੜ੍ਹਨਾ, ਥੋੜ੍ਹਾ ਬਹੁਤਾ ਕਰਨਾ, ਐਂਡ ਮੈਂ ਬਹੁਤ ਬੇਸਿਕ ਬੁੱਕਸ ਪੜ੍ਹਦਾ ਹੁੰਦਾ ਸੀਗਾ। ਮਤਲਬ ਕਹਿ ਲਓ ਕਿ ਗ੍ਰਾਮਰ ਦੀਆਂ ਕਿਤਾਬਾਂ ਬਹੁਤ 5ਵੀਂ ਲੈਵਲ ਦੀਆਂ, ਜਾਂ ਕਹਿ ਲਓ ਕਿ 6ਵੇਂ 6th ਲੈਵਲ ਦੀਆਂ, 7th ਲੈਵਲ ਦੀਆਂ, ਕਿਉਂਕਿ ਪਹਿਲਾਂ ਤਾਂ 6ਵੀਂ 7ਵੀਂ 8ਵੀਂ ਤੇ ਉਸ ਤਰ੍ਹਾਂ ਗ੍ਰਾਮਰ ਨੂੰ ਪੜ੍ਹਿਆ ਹੀ ਨਹੀਂ, ਪ੍ਰੈਕਟੀਕਲੀ ਉਹਨੂੰ ਅਪਲਾਈ ਨਹੀਂ ਕੀਤਾ। ਸੋ ਵੱਡੀ ਉਮਰ ਦੇ ਵਿੱਚ ਕੀਤਾ ਕਿ ਉਹਨਾਂ ਬੁੱਕਸ ਨੂੰ ਦੁਬਾਰਾ ਪੜ੍ਹਿਆ। ਕਈ ਲੋਕਾਂ ਨੇ ਕਿਹਾ ਵੀ ਤੂੰ ਹੁਣ ਫੇਰ ਸਕੂਲ ਦੀ ਪੜ੍ਹਾਈ ਕਰਨ ਲੱਗ ਪਿਆ। ਮੈਂ ਸਕੂਲ ਦੀ ਪੜ੍ਹਾਈ ਨਹੀਂ ਕਰਨ ਲੱਗ ਪਿਆ ਸੀ, ਆਈ ਵਾਸ ਜਸਟ ਰਿਵਾਈਜ਼ਿੰਗ ਦ ਥਿੰਗਸ ਪ੍ਰੈਕਟੀਕਲੀ, ਜੋ ਕਿ ਮੈਂ ਸਕੂਲ ਟਾਈਮ ਨਹੀਂ ਕਰ ਪਾਇਆ ਸੀ। ਸੋ ਇਹ ਬਹੁਤ ਇੰਪੋਰਟੈਂਟ ਹੈ ਕਿ ਤੁਹਾਡੀ ਕੋਈ ਵੀ ਏਜ ਨਹੀਂ ਹੁੰਦੀ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੇਰੀ ਹੁਣ ਉਮਰ ਨਹੀਂ ਹੈਗੀ ਪੜ੍ਹਨ ਦੀ। ਜਿਹਨੇ ਜਦੋਂ ਪੜ੍ਹਨਾ ਉਹ ਪੜ੍ਹ ਸਕਦਾ ਹੈ, ਹਾਂ ਬਸ ਸ਼ਿੱਦਤ ਹੋਣੀ ਚਾਹੀਦੀ ਹੈ। ਇਹ ਬਹੁਤ ਇੱਕ ਇੰਪੋਰਟੈਂਟ ਚੀਜ਼ ਹੈ। ਅੱਛਾ, ਲਾਸਟ ਥਿੰਗ ਜੋ ਮੈਂ ਇੱਕ ਚੀਜ਼ ਕੀਤੀ, ਜਾਂ ਕਹਿ ਲਓ ਕਿ ਜੋ ਮੈਂ ਪਹਿਲਾਂ ਇੱਕ ਗਲਤੀ ਕੀਤੀ ਮੁੜ ਕੇ ਉਹਨੂੰ ਮੈਂ ਠੀਕ ਕੀਤਾ ਸੀਗਾ। ਮੈਂ ਨਾ ਕੀਤਾ ਕੀ ਸੀ, ਮੈਨੂੰ ਯਾਦ ਬੜੀ ਹਾਸੇ ਵਾਲੀ ਗੱਲ ਹੈ, ਉਹ ਸੀਗਾ ਕਿ ਮੈਂ ਨਾ ਮਤਲਬ ਆਪਣੇ ਡੇ ਨੂੰ ਇੱਦਾਂ ਡਿਵਾਈਡ ਕਰ ਲਿਆ ਸੀਗਾ ਕਿ 2 ਘੰਟੇ ਮੈਂ ਆਪਣੀ ਰਾਈਟਿੰਗ ਦੀ ਪ੍ਰੈਕਟਿਸ ਕਰਨੀ ਹੈ, 2 ਘੰਟੇ ਹੁਣ ਮੈਂ ਸਪੀਕਿੰਗ ਕਰਨੀ ਹੈ, ਫਲਾਣਾ ਕਰਨਾ ਹੈ। ਮੈਨੂੰ ਇੱਕ ਚੀਜ਼ ਬਾਅਦ 'ਚ ਰਿਅਲਾਈਜ਼ ਹੋਈ ਕਿ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਚੱਲਦੀਆਂ ਹੁੰਦੀਆਂ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹੁਣ ਮੈਂ 2 ਘੰਟੇ ਜਿਹੜੀ ਹੈਗੀ ਮੈਂ ਆਪਣੀ ਇੰਗਲਿਸ਼ ਦੀ ਜੋ ਹੈਗੀ ਹੈ ਸਿਰਫ ਰੀਡਿੰਗ ਇੰਪਰੂਵ ਕਰਨੀ ਹੈ, 2 ਘੰਟੇ ਹੁਣ ਮੈਂ ਇੰਗਲਿਸ਼ ਦੀ ਰਾਈਟਿੰਗ ਇੰਪਰੂਵ ਕਰਨੀ ਹੈ। ਸੋ ਨੋ, ਦ ਮੇਨ ਥਿੰਗ ਇਜ਼ ਕਿ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਚੱਲਦੀਆਂ ਹੁੰਦੀਆਂ। ਸੋ ਇਹ ਇਕੱਠੀਆਂ ਮਤਲਬ ਲੈਟਸ ਸੇ ਕਿ ਅਗਰ ਮੈਂ ਕੋਈ ਰੀਡਿੰਗ ਦਾ ਮਤਲਬ ਕੁਛ ਪੜ੍ਹ ਰਿਹਾ, ਕੋਈ ਪੈਸੇਜ ਪੜ੍ਹ ਰਿਹਾ, ਰੀਡਿੰਗ ਦਾ ਪੈਸੇਜ ਪੜ੍ਹਦੇ ਮੈਂ ਰਾਈਟਿੰਗ ਦੇ ਵਰਡਸ ਉਹ ਤੋਂ ਚੂਜ਼ ਕਰ ਸਕਦਾ। ਸੋ ਰਾਈਟਿੰਗ ਅਗਰ ਮੈਂ ਉਹਨੂੰ ਲਿਖ ਰਿਹਾ ਕੁਛ, ਉਹ ਲਿਖਦੇ ਮੈਂ ਵੋਕੈਬਲਰੀ ਯਾਦ ਕਰ ਸਕਦਾ ਵਿਚ ਆਈ ਕੈਨ ਯੂਜ਼ ਇਨ ਮਾਈ ਸਪੀਕਿੰਗ ਐਜ਼ ਵੈਲ। ਸੋ ਇਹ ਸਾਰੀਆਂ ਚੀਜ਼ਾਂ ਦੇ ਆਲ ਆਰ ਇੰਟਰਕਨੈਕਟਡ। ਇਹ ਚੀਜ਼ ਮੈਨੂੰ ਬਾਅਦ 'ਚ ਰਿਅਲਾਈਜ਼ ਹੋਈ, ਜੋ ਮੈਂ ਤੁਹਾਨੂੰ ਹੁਣ ਮੱਤ ਦੇ ਰਿਹਾ ਕਿ ਇਹਨੂੰ ਵੱਖਰਾ ਕਦੀ ਨਾ ਸਮਝੋ, ਇਕੱਠਾ ਹੀ ਸਾਰਾ ਕੁਝ ਚੱਲਦਾ ਆ। ਅੱਛਾ, ਐਂਡ ਦ ਮੋਸਟ ਇੰਪੋਰਟੈਂਟ ਥਿੰਗ, ਲਾਸਟ ਥਿੰਗ, ਥੋੜੀ ਜਿਹੀ ਵੀਅਰਡ ਹੈ ਐਂਡ ਪਰ ਉਹ ਚੀਜ਼ ਇਹ ਸਾਰੀਆਂ ਜੋ ਹੁਣ ਤੱਕ ਮੈਂ ਗੱਲਾਂ ਕੀਤੀਆਂ ਉਹਦੇ ਲਈ ਇਹ ਚੀਜ਼ ਹੋਣਾ ਬਹੁਤ ਜ਼ਰੂਰੀ ਹੈ ਇਫ ਯੂ ਵਾਂਟ ਟੂ ਲਰਨ ਇੰਗਲਿਸ਼। ਉਹ ਇਹ ਸੀਗਾ ਕਿ ਮੈਂ ਆਪਣੇ ਆਪ ਨਾਲ ਬੋਲਣਾ ਸ਼ੁਰੂ ਕੀਤਾ। ਆਈ ਨੋ ਥੋੜਾ ਜਿਹਾ ਕ੍ਰੀਪੀ ਲੱਗੇਗਾ, ਬਟ ਆਪਣੇ ਆਪ ਨੂੰ ਬੋਲਣਾ ਮਤਲਬ ਕਿੱਦਾਂ ਕਿ ਲੈਟਸ ਸੇ ਆਈ ਵਾਸ ਜਸਟ ਸਪੀਕਿੰਗ ਵਿਦ ਮਾਈ ਸੈਲਫ। ਲੈਟਸ ਸੇ 2 ਕੁਰਸੀਆਂ ਲੱਗੀਆਂ ਨੇ, ਠੀਕ ਹੈ, ਇੱਕ ਮੈਂ ਇੱਧਰ ਬੈਠਾ ਆ ਐਂਡ ਦੂਜਾ ਕੋਈ ਵੀ ਅਣਜਾਣ ਬੰਦਾ ਬੈਠਾ, ਮੈਂ ਅਣਜਾਣ ਬੰਦਾ ਬਣ ਜਾਣਾ, ਠੀਕ ਹੈ। ਮੈਂ ਅਣਜਾਣ ਬੰਦਾ ਬਣ ਕੇ ਆਪਣੇ ਆਪ ਨਾਲ ਗੱਲਾਂ ਕਰਦਾ ਸੀਗਾ ਵੀ ਆਲ ਰਾਈਟ ਮਿਸਟਰ ਏਕਮ, ਲੈਟਸ ਟਾਕ ਅਬਾਊਟ ਦਿਸ ਥਿੰਗ, ਲੈਟਸ ਟਾਕ ਅਬਾਊਟ ਦੈਟ ਟੌਪਿਕ। ਸੋ ਉਹ ਟੌਪਿਕ ਬਾਰੇ ਆਪ ਹੀ ਪਹਿਲਾਂ ਤਾਂ ਕੁਐਸਚਨ ਪੁੱਛਣਾ ਵੀ ਆਪ ਹੀ ਮਨ ਦੇ ਵਿੱਚ ਜਵਾਬ ਦੇਣਾ। ਐਂਡ ਉਹਦੇ ਵਿੱਚ ਮੈਂ ਕੋਸ਼ਿਸ਼ ਕੀ ਕਰਦਾ ਹੁੰਦਾ ਸੀਗਾ ਕਿ ਆਪਣੇ ਆਪ ਨੂੰ ਜਿੰਨਾ ਮੈਂ ਇੱਕ ਪ੍ਰੋਪਰ ਇੱਕ ਨਾ ਹੌਲੀ ਐਂਡ ਇੱਕ ਬ੍ਰਿਟਿਸ਼ ਢੰਗ ਨਾਲ ਆਪਣੇ ਆਪ ਨੂੰ ਬੋਲ ਸਕਦਾ, ਇਸ ਵੇ ਦੇ ਨਾਲ ਆਪਣੇ ਆਪ ਨੂੰ ਕੋਸ਼ਿਸ਼ ਕਰਾਂ ਬੋਲਣ ਦੀ, ਸੋ ਦੈਟ ਕਿ ਮੇਰੀ ਇੱਕ ਇੰਗਲਿਸ਼ ਦਾ ਜੋ ਇੱਕ ਲੈਵਲ ਜੋ ਮੈਂ ਮੂਵੀਜ਼ ਵਿੱਚ ਦੇਖਿਆ ਸੀਗਾ, ਜੋ ਮੈਂ ਗਾਣਿਆਂ ਵਿੱਚ ਸੁਣਿਆ ਸੀਗਾ, ਮੇਰਾ ਉਹ ਲੈਵਲ ਉਸ ਤਰ੍ਹਾਂ ਮੈਂ ਅਟੇਨ ਕਰ ਸਕਾਂ। ਐਂਡ ਲਿਟਰਲੀ ਆਈ ਐਮ ਸੇਇੰਗ ਦਿਸ, ਇਹ ਚੀਜ਼ ਜਿਹੜੀ ਹੈਗੀ ਹੈ ਇਹ ਪੂਰੀ ਜ਼ਿੰਦਗੀ ਤੁਹਾਡੇ ਨਾਲ ਚੱਲਦੀ ਹੈ। ਇਹ ਹੈਬਿਟ ਮੇਰੀ ਅੱਜ ਵੀ ਹੈਗੀਆਂ ਨੇ ਜੋ ਮੈਂ ਤੁਹਾਡੇ ਨਾਲ ਗੱਲਾਂ ਕੀਤੀਆਂ ਨੇ, ਓਬਜ਼ਰਵਿੰਗ ਦ ਸਾਈਨ ਬੋਰਡ, ਰਾਈਟਿੰਗ ਦ ਵੋਕੈਬਲਰੀ ਐਂਡ ਰਿਵਾਈਜ਼ਿੰਗ ਇਟ, ਐਂਡ ਆਪਣੇ ਆਪ ਨਾਲ ਗੱਲ ਕਰਨੀ, ਐਂਡ ਕੋਈ ਵੀ ਚੀਜ਼ ਕਿਤੇ ਵੀ ਕੋਈ ਚੀਜ਼ ਮਿਲਣੀ ਉਹਨੂੰ ਮੈਂ ਇੱਕ ਵਾਰੀ ਪੜ੍ਹਨ ਦੀ ਕੋਸ਼ਿਸ਼ ਜ਼ਰੂਰ ਕਰਨੀ, ਇਸ ਲਾਲਚ ਵਿੱਚ ਕਿ ਕੋਈ ਨਾ ਕੋਈ ਨਵਾਂ ਵਰਡ ਸਿੱਖਣ ਨੂੰ ਮਿਲੇਗਾ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਨੇ ਐਂਡ ਸਟਿਲ ਆਈ ਐਮ ਡੂਇੰਗ ਇਟ। ਦਾ ਮਤਲਬ ਕੀ ਹੈ ਕਿ ਮੈਨੂੰ ਹੱਲੇ ਵੀ ਉਹ ਇੱਕ ਜਿਗਿਆਸਾ ਹੈਗੀ ਹੈ। ਮੈਂ ਇਹ ਨਹੀਂ ਕਹਿ ਸਕਦਾ, ਇਹ ਬੰਦਾ ਕੋਈ ਵੀ ਨਹੀਂ ਕਹਿ ਸਕਦਾ ਕਿ ਫਰੋਮ ਹੇਅਰ ਔਨਵਰਡਸ ਮੈਨੂੰ ਇੰਗਲਿਸ਼ ਸਾਰੀ ਦੀ ਸਾਰੀ ਆ ਗਈ, ਬਿਕੋਜ਼ ਐਜ਼ ਲੈਂਗੁਏਜ ਇਜ਼ ਪ੍ਰੋਗਰੈਸਿੰਗ ਐਂਡ ਚੇਂਜਿੰਗ, ਉਸ ਹਿਸਾਬ ਦੇ ਨਾਲ ਤੁਹਾਡੀ ਲਰਨਿੰਗ ਜਿਹੜੀ ਹੈਗੀ ਉਹ ਵੀ ਇਵੋਲਵ ਹੁੰਦੀ ਹੈ। ਸੋ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਸਮਝ ਲੱਗੀ ਹੋਏਗੀ। ਇਹ ਬਹੁਤ ਰॉ ਵੀਡੀਓ ਹੈ ਐਂਡ ਇਹਦੇ ਵਿੱਚ ਜੋ ਮੇਰੇ ਦਿਲ ਦੇ ਵਿੱਚ ਸੀਗਾ, ਦ ਵੇ ਆਈ ਲਰਨਡ ਇੰਗਲਿਸ਼ ਥਰੂ ਆਊਟ ਮਾਈ ਜਰਨੀ ਆਫ ਲਾਈਫ, ਮੈਂ ਤੁਹਾਡੇ ਸਾਹਮਣੇ ਰੱਖੀ ਹੈ, ਠੀਕ ਹੈ। ਐਂਡ ਉਮੀਦ ਕਰਦਾ ਹਾਂ ਤੁਹਾਨੂੰ ਇਸ ਵਿੱਚੋਂ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਐਂਡ ਯੂ ਵਿਲ ਲਰਨ ਯੋਰ ਸੈਲਫ ਇਨ ਸੱਚ ਅ ਵੇ ਕਿ ਤੁਸੀਂ ਆਪਣੀ ਇੰਗਲਿਸ਼ ਨੂੰ ਖੁਦ ਇੰਪਰੂਵ ਕਰ ਸਕੋਗੇ, ਆਪਣਾ ਇੱਕ ਰਸਤਾ ਡਿਸਕਵਰ ਕਰਕੇ। ਸੋ ਥੈਂਕ ਯੂ ਐਵਰੀਬਡੀ ਐਂਡ ਬਲੈਸ ਯੂ।